PP 119 ਦੀ ਟੋਟਲ ਜਿਹੜੀ ਪਾਪੂਲੇਸ਼ਨ ਆ ਨਾ ਉਹ 3,50,000 ਆ। ਰਜਿਸਟਰ ਵੋਟ ਜਿਹੜਾ 2,18,000, ਜਿਹਦੇ 'ਚ 1,22,000 ਵੋਟ ਮਰਦਾਂ ਦਾ ਤੇ 97 ਤੋਂ 98,000 ਵੋਟ ਔਰਤਾਂ ਦਾ। PP 119 'ਚੋਂ ਹੀ 2008 ਦੇ ਇਲੈਕਸ਼ਨ 'ਚ ਸਾਡੇ MP ਹੋਏ ਸੀ ਹਾਜੀ ਮੁਹੰਮਦ ਇਸਹਾਕ ਸਾਹਿਬ ਪਿਪਲ ਪਾਰਟੀ ਤੋਂ, ਤੇ ਉਹ ਬਾਅਦ 'ਚ ਵਜ਼ੀਰੇ ਮਾਲ ਵੀ ਬਣੇ ਸੀ। ਉਸ ਤੋਂ ਬਾਅਦ ਆਪਣਾ 2013 ਦੇ ਇਲੈਕਸ਼ਨ 'ਚ ਆ ਜਾਈਏ। 2013 ਦੇ ਇਲੈਕਸ਼ਨ 'ਚ 3 ਤਗੜੇ ਉਮੀਦਵਾਰ ਸੀ। ਨੰਬਰ 1 ਹਾਜੀ ਅਬਦੁਲ ਕਦੀਰ ਅਵਾਨ ਸਾਹਿਬ। ਹਾਜੀ ਸਾਹਿਬ ਪਹਿਲੀ ਵਾਰੀ ਇਲੈਕਸ਼ਨ 2013 'ਚ ਲੜਿਆ ਤੇ ਪਹਿਲੀ ਵਾਰੀ MP ਬਣੇ PP 119 'ਚੋਂ। ਦੂਸਰੇ ਨੰਬਰ 'ਤੇ ਮੀਆਂ ਤਾਰਕ ਸਾਹਿਬ ਸੀ। ਮੀਆਂ ਤਾਰਕ ਸਾਹਿਬ ਦਾ ਵੀ ਅੱਛਾ ਵੋਟ ਬੈਂਕ ਸੀ ਤੇ ਇੱਕ ਚੌਧਰੀ ਅਮਜਦ ਸਾਹਿਬ ਦੇ ਨਾਲ ਉਹਨਾਂ ਦਾ ਪੈਨਲ ਸੀ। ਤੀਸਰੇ ਨੰਬਰ 'ਤੇ ਐਸੀ ਸ਼ਖਸੀਅਤ ਜਿਹਦਾ PP 119 ਦੀ ਸਿਆਸਤ 'ਚ ਬੜਾ ਅਹਿਮ ਕਿਰਦਾਰ ਸੀ, ਮਰਹੂਮ ਚੌਧਰੀ ਅਹਿਸਾਨੁਲ ਹਕ ਗੁੱਜਰ ਸਾਹਿਬ। ਹਾਏ ਹਾਏ, ਬਹੁਤ ਆਲਾ ਤੇ ਬਹੁਤ ਗ੍ਰੇਟ ਇਨਸਾਨ, ਮਤਲਬ ਜਿਹੜੇ ਲੋਕ ਉਹਨਾਂ ਨੂੰ ਜਾਣਦੇ ਹਲੇ ਵੀ ਯਾਦ ਕਰਦੇ ਆ। ਸਿਆਸਤ ਤੋਂ ਹਟ ਕੇ ਬਹੁਤ ਅੱਛੇ ਇਨਸਾਨ ਸੀ। ਚੌਰ ਸਾਹਿਬ 3 ਵਾਰੀ MP ਹੋਏ। PP 85, PP 119 ਕਹਿ ਲਓ ਜਾਂ PP 85 ਕਹਿ ਲਓ। 3 ਵਾਰੀ ਇਸ ਹਲਕੇ 'ਚ ਉਹ MP ਵੀ ਹੋਏ ਤੇ ਹਲਕੇ ਵਾਸਤੇ ਬਹੁਤ ਖਿਦਮਤ ਉਹਨਾਂ ਦੀਆਂ ਜਿਹੜੀਆਂ ਅੱਜ ਵੀ ਲੋਕੀ ਯਾਦ ਕਰਦੇ ਆ। 2013 ਦੇ ਇਲੈਕਸ਼ਨ 'ਚ ਹਾਜੀ ਸਾਹਿਬ ਹਾਜੀ ਅਬਦੁਲ ਕਦੀਰ ਅਵਾਨ ਸਾਹਿਬ MP ਮੁੰਤਖਬ ਹੋਏ, MP ਬਣ ਗਏ। ਇਹਨਾਂ ਲਿਆ 39,000 ਵੋਟ। ਚੌਧਰੀ ਅਹਿਸਾਨੁਲ ਹਕ ਸਾਹਿਬ ਲਿਆ 22,000 ਵੋਟ। ਮੀਆਂ ਤਾਰਕ ਸਾਹਿਬ ਲਿਆ 15,000 ਵੋਟ। ਅੱਛਾ ਮੁਕਾਬਲਾ ਆਇਆ ਸੀ ਇਹਨਾਂ ਦਾ। ਅੱਗੇ 2018 ਦਾ ਇਲੈਕਸ਼ਨ ਆਇਆ। 2018 ਦੇ ਇਲੈਕਸ਼ਨ ਦੇ ਵਿੱਚ ਵੀ 3 ਹੀ ਘਰ ਮਜ਼ਬੂਤ ਕੈਂਡੀਡੇਟ ਸੀ, ਜਿਹਦੇ 'ਚ ਹਾਜੀ ਅਬਦੁਲ ਕਦੀਰ ਅਵਾਨ ਸਾਹਿਬ ਸੀ, ਨੂਨ ਲੀਗ ਦਾ ਪੈਨਲ, ਚੌਧਰੀ ਖਾਲਿਦ ਬਸ਼ੀਰ ਸਾਹਿਬ ਤੇ ਚੌਧਰੀ ਅਹਿਸਨ ਹਸਾਨ ਗੁੱਜਰ ਸਾਹਿਬ। ਇਹ ਮਰਹੂਮ ਚੌਧਰੀ ਅਹਿਸਾਨੁਲ ਹਕ ਸਾਹਿਬ ਦੇ ਬੇਟੇ। ਪਹਿਲਾਂ ਚੌਧਰੀ ਖਾਲਿਦ ਬਸ਼ੀਰ ਸਾਹਿਬ ਤੇ ਚੌਧਰੀ ਅਹਿਸਨ ਹਸਾਨ ਸਾਹਿਬ, ਉਮਰ ਇਫਤਖਾਰ, ਮੀਆਂ ਖਲੀਫਾ ਕਾਸ਼ਿਫ ਸਾਹਿਬ, ਮੀਆਂ ਤਾਰਕ ਮਹਿਮੂਦ ਸਾਹਿਬ, 1-2 ਹੋਰ ਕੈਂਡੀਡੇਟ ਸੀ। ਮਤਲਬ ਇਹ ਟੋਟਲ 5 ਤੋਂ 6 ਕੈਂਡੀਡੇਟ ਸੀ ਜਿਨ੍ਹਾਂ PTI ਦੀ ਟਿਕਟ ਵਾਸਤੇ ਅਪਲਾਈ ਕੀਤਾ। ਉਸ ਤੋਂ ਬਾਅਦ ਟਿਕਟ ਦੇ ਮਾਮਲੇ 'ਤੇ ਇਹਨਾਂ ਦੇ ਇਖਤਲਾਫਾਤ ਹੋਏ ਆਪਸ 'ਚ। ਚੌਧਰੀ ਖਾਲਿਦ ਬਸ਼ੀਰ ਸਾਹਿਬ ਟਿਕਟ ਲੈਣ 'ਚ ਕਾਮਯਾਬ ਹੋ ਗਏ। ਚੌਧਰੀ ਅਹਿਸਨ ਹਸਾਨ ਸਾਹਿਬ ਆਜ਼ਾਦ ਉਮੀਦਵਾਰ ਦੀ ਹਸੀਅਤ ਨਾਲ ਮੈਦਾਨ 'ਚ ਆ ਗਏ। ਉਸ ਤੋਂ ਬਾਅਦ ਮਤਲਬ ਚੌਧਰੀ ਅਹਿਸਨ ਹਸਾਨ ਸਾਹਿਬ ਨੂੰ ਕੁਛ ਲੋਕਾਂ ਆਪਣੇ ਜ਼ਾਤੀ ਮਫਾਦ ਵਾਸਤੇ ਇਸਤੇਮਾਲ ਕੀਤਾ, ਕਿਉਂਕਿ ਉਹ ਉਦੋਂ ਸਿਆਸਤ 'ਚ ਨਵੇਂ ਸੀ। PP 119 'ਚ ਪਹਿਲੀ ਵਾਰੀ ਉਹਨਾਂ ਨੇ ਸਿਆਸਤ ਦਾ ਐਲਾਨ ਕੀਤਾ ਸੀ ਤੇ ਕੁਛ ਨਾਲ ਦੇ ਲੋਕ ਜਿਹੜੇ ਸੀ ਉਹਨਾਂ ਵੀ ਗਲਤ ਮਸ਼ਵਰੇ ਦਿੱਤੇ, ਕਿਉਂਕਿ ਸਿਆਸਤ ਉਮਰ ਦੇ ਨਾਲ ਨਹੀਂ ਤਜਰਬੇ ਦੇ ਨਾਲ ਜ਼ਿਆਦਾ ਆਉਂਦੀ ਹੈ। ਉਸ ਤੋਂ ਬਾਅਦ ਇਹਨਾਂ ਦਾ ਮੁਕਾਬਲਾ ਤਿੰਨਾਂ ਦਾ ਬੜਾ ਮਜ਼ਬੂਤ ਤੇ ਤਕੜਾ ਮੁਕਾਬਲਾ ਜਿਹਨੂੰ ਆਉਂਦੇ ਨਾ ਉਹ ਹੋਇਆ। 2013 'ਚ ਮੀਆਂ ਤਾਰਕ ਸਾਹਿਬ 15,000 ਵੋਟ ਲੈਣ ਵਾਲੇ। 2018 'ਚ ਚੌਧਰੀ ਖਾਲਿਦ ਬਸ਼ੀਰ ਸਾਹਿਬ ਦੇ ਹੱਕ 'ਚ ਬਹਿ ਗਏ ਤੇ ਚੌਧਰੀ ਖਾਲਿਦ ਬਸ਼ੀਰ ਸਾਹਿਬ ਹੋਰ ਮਜ਼ਬੂਤ ਕੈਂਡੀਡੇਟ ਬਣ ਗਏ ਸੀ। ਮਤਲਬ ਇੰਝ ਸੂਰਤ ਹਾਲ ਬਣ ਗਈ ਸੀ। 15,000 ਵੋਟ ਪੈਣ ਕੇ ਮੀਆਂ ਤਾਰਕ ਸਾਹਿਬ ਦਾ ਹੀ ਸੀ। ਫਿਰ PTI ਦੀ ਟਿਕਟ 'ਤੇ 4 ਤੋਂ 5 ਕੈਂਡੀਡੇਟ ਜਿੰਨੇ ਸੀ ਨਾ ਸਾਰੇ ਚੌਧਰੀ ਖਾਲਿਦ ਬਸ਼ੀਰ ਸਾਹਿਬ ਦੇ ਹੱਕ 'ਚ ਬਹਿ ਗਏ ਸੀ ਤੇ ਇੰਝ ਲੱਗਦਾ ਸੀ ਕਿ ਚੌਧਰੀ ਖਾਲਿਦ ਸਾਹਿਬ ਇਹ ਸੀਟ ਕੱਢ ਜਾਣੀ ਹੈ। ਪਰ ਰਿਜ਼ਲਟ ਮੁਖਤਲਿਫ ਆਇਆ। ਰਿਜ਼ਲਟ ਆਇਆ ਹਾਜੀ ਸਾਹਿਬ ਸੀਟ ਕੱਢ ਲਈ 46,000 ਵੋਟਾਂ ਤੋਂ। ਚੌਧਰੀ ਖਾਲਿਦ ਬਸ਼ੀਰ ਸਾਹਿਬ ਲਈ 32,000 ਵੋਟ। ਚੌਧਰੀ ਅਹਿਸਨ ਹਸਾਨ ਗੁੱਜਰ ਸਾਹਿਬ ਲਈ 18,000 ਵੋਟ। 18,000 ਵੋਟ ਅਹਿਸਨ ਹਸਾਨ ਸਾਹਿਬ ਬਹੁਤ ਸਾਰੀਆਂ ਸਾਜ਼ਿਸ਼ਾਂ ਤੇ ਠੋਕਰਾਂ ਤੋਂ ਬਾਅਦ ਵੀ ਉਹਨਾਂ ਨੇ ਇਹ ਆਪਣਾ ਜ਼ਾਤੀ ਵੋਟ ਬੈਂਕ ਕਾਇਮ ਰੱਖਿਆ। ਇਹ ਬਹੁਤ ਵੱਡੀ ਗੱਲ ਆ। ਅਗਰ 2018 ਦੇ ਇਲੈਕਸ਼ਨ 'ਚ ਉਸਾਮਾ ਹਮਜ਼ਾ ਸਾਹਿਬ ਇਹ ਗਲਤੀ ਨਾ ਕਰਦੇ ਤੇ PP 119, PP 118 ਤੇ N 111 ਦਾ ਰਿਜ਼ਲਟ ਬਹੁਤ ਮੁਖਤਲਿਫ ਹੋਣਾ ਸੀ।
ਇਹ ਉਹਨਾਂ ਦੀ ਬਹੁਤ ਵੱਡੀ ਮਿਸਟੇਕ ਸੀ ਜਿਹੜਾ ਉਹਨਾਂ ਨੇ ਪੈਨਲ ख़त्म ਕੀਤਾ ਆਪਣਾ। ਇਖਤਲਾਫਾਤ ਹੋ ਜਾਂਦੇ ਆ, ਕੋਸ਼ਿਸ਼ ਕਰੀ ਦੀ ਉਹਨਾਂ ਨੂੰ ਕਮਰਿਆਂ 'ਚ ਬਹਿ ਕੇ ਹੱਲ ਕਰ ਲਈਏ। ਇਹਨੂੰ ਹੀ ਸਿਆਸਤ ਆਂਦੇ ਆ, ਕਿਉਂਕਿ ਸਿਆਸਤ ਇੱਕ ਦਰਵਾਜ਼ਾ ਬੰਦ ਕਰਦੀ ਤੇ 100 ਦਰਵਾਜ਼ੇ ਨਾਲ ਖੋਲਦੀ ਆ। ਪੈਨਲ ਤੋੜਨਾ ਕੋਈ ਹੱਲ ਨਹੀਂ ਸੀ ਆ। ਚੌਧਰੀ ਖਾਲਿਦ ਵੜੈਚ ਸਾਹਿਬ ਤੇ ਹਾਜੀ ਅਬਦੁਲ ਕਦੀਰ ਅਵਾਨ ਸਾਹਿਬ ਦੇ ਕਿੰਨੇ ਇਖਤਲਾਫਾਤ ਸੀ, ਪਰ ਉਹਨਾਂ ਕਮਰੇ 'ਚ ਬਹਿ ਕੇ ਹੱਲ ਕੀਤੇ, ਜਿਨ੍ਹਾਂ ਦਾ ਉਹਨਾਂ ਨੂੰ ਰਿਜ਼ਲਟ ਮਿਲਿਆ ਇਲੈਕਸ਼ਨ ਤੋਂ ਬਾਅਦ। ਗੋਜਰੇ ਸਿਟੀ ਦੀ ਹਾਲਤ ਜਿਹੜੀ ਹੈ ਨਾ ਜੀ, ਮੈਨੂੰ ਬੜੇ ਮੈਸੇਜ ਆਏ ਜੀ ਸਿਟੀ ਦਾ ਇੰਝ ਆ, ਸਿਟੀ ਦਾ ਉਂਝ ਆ, ਕੋਈ ਪੁੱਛਣ ਵਾਲਾ ਨਹੀਂ, ਕੋਈ ਦੱਸਣ ਵਾਲਾ। ਉਹ ਭਾਈ ਕਿਉਂ ਪੁੱਛਣ ਅਗਲੇ, ਜਦੋਂ ਤੁਹਾਡੇ ਤੋਂ ਉਹਨਾਂ ਨੇ ਵੋਟ ਖਰੀਦੇ ਆ ਫਿਰ ਕਿਹਨੇ ਤੁਹਾਨੂੰ ਪੁੱਛਣਾ? ਆ ਜਗ੍ਹਾ ਜਗ੍ਹਾ ਤੁਹਾਡੀ ਗੰਦੇ ਕੀੜੇ ਬੈਠੇ ਆ ਗੋਜਰੇ 'ਚ, ਜਿਹੜੇ ਤੁਹਾਡੇ ਵੋਟ, ਤੁਹਾਡਾ ਜ਼ਮੀਰ ਦਾ ਸੌਦਾ ਕਰਨ ਦੇ ਆ। ਮੈਂ ਜ਼ਾਤੀ ਤੌਰ ਤੇ ਬਹੁਤ ਸਾਰਿਆਂ ਨੂੰ ਜਾਣਦਾ, ਖੁਦਾ ਦੀ ਕਸਮ ਹੈ। 2018 ਦੇ ਇਲੈਕਸ਼ਨ 'ਚ 2-2 3-3 ਮਹੀਨੇ ਕਿਸੇ ਕੈਂਡੀਡੇਟ ਦੀ ਕੰਪੇਨ ਕਰਨ ਵਾਲੇ ਇਲੈਕਸ਼ਨ ਦੀ ਰਾਤ ਕਿਸੇ ਹੋਰ ਕੈਂਡੀਡੇਟ ਵਾਸਤੇ ਵੋਟਾਂ ਮੰਗਣ ਦੇ ਆ। ਕਿਹੜੀ ਗਿੱਦੜ ਸਿੰਗੀ ਯਾਰ ਉਹਨਾਂ ਨੇ ਸੌਂਗ ਲਈ? ਉਹ ਗਿੱਦੜ ਸਿੰਗੀ ਪੈਸਾ। ਇਹ ਲੋਕ ਤੁਹਾਡੇ ਜ਼ਮੀਰਾਂ ਦਾ ਸੌਦਾ ਕਰਦੇ ਆ। ਉਸ ਤੋਂ ਬਾਅਦ ਕੈਂਡੀਡੇਟ ਨੂੰ ਫਿਰ ਤੁਹਾਡੇ ਨਾਲ ਕੀ ਲੈਣਾ ਦੇਣਾ, ਜਦੋਂ ਉਹਨੇ ਤੁਹਾਨੂੰ ਪੈਸੇ ਦੇ ਕੇ ਵੋਟ ਲੈਣੀ? ਕੋਈ ਵੀ ਕੈਂਡੀਡੇਟ ਹੋਵੇ, ਕੈਂਡੀਡੇਟ ਦਾ ਕੀ ਕਸੂਰ? ਫਿਰ ਤੁਸੀਂ ਲੋਕ ਮਜਬੂਰ ਕਰ ਦਿੰਦੇ ਹੋ ਉਹਨਾਂ ਨੂੰ। ਫਿਰ ਤੁਸੀਂ ਕਹਿੰਦੇ ਜੀ ਗੋਜਰਾ ਸਾਡਾ ਫਲਾਨੀ ਸੜਕ ਟੁੱਟੀ ਆ, ਫਲਾਨੀ ਗਲੀ ਦਾ ਆਹ ਹਾਲ ਆ। ਇਹ ਨਹੀਂ ਤੁਸੀਂ ਵੇਖਦੇ ਕਿ ਇਹ ਹਾਲ ਦੀ ਵਜ੍ਹਾ ਕੀ ਆ। ਇਹ ਵੀ ਇੱਕ ਸੱਚ ਆ ਜਨਾਬ। ਅੱਗੇ 2023 ਦਾ ਇਲੈਕਸ਼ਨ ਆਣਾ, ਇਹ ਜਿਹੜੇ ਗੰਦੇ ਕੀੜੇ ਆ ਨਾ ਗਲੀ ਗਲੀ ਬੈਠੇ, ਇਹਨਾਂ ਕੋਲ ਬਚੋ। ਇਹਨਾਂ ਕੋਲ ਬਚ ਕੇ ਕਿਸੇ ਕੈਂਡੀਡੇਟ ਨੂੰ ਮੁਖਲਿਸ ਹੋ ਕੇ ਵੋਟ ਪਾਓ, ਤਾਂ ਕਿ ਉਹਨੂੰ ਪਤਾ ਹੋਵੇ ਕਿ ਯਾਰ ਲੋਕਾਂ ਮੈਨੂੰ ਵੋਟ ਦਿੱਤੇ ਆ, ਨਾ ਕਿ ਮੈਂ ਕਿਸੇ ਤੋਂ ਵੋਟ ਖਰੀਦੇ ਆ। ਖੁਦਾ ਪਾਕ ਦੀ ਕਸਮ, ਉਹ ਕੋਈ ਵੀ ਕੈਂਡੀਡੇਟ ਹੋਇਆ, ਜੇ ਉਹ ਤੁਹਾਡੀ ਸਿਟੀ ਦਾ ਨਕਸ਼ਾ ਨਾ ਬਦਲ ਦੂ ਤੇ ਗੱਲ ਕਰਿਓ। ਸਿਟੀ ਵਾਲਿਓ, ਖੁਦਾ ਦਾ ਵਾਸਤਾ, ਇਹ ਗੱਲਾਂ ਮੇਰੀਆਂ ਜੇ ਬੁਰੀਆਂ ਲੱਗੀਆਂ ਹੋਣ ਉਹਦੇ ਲਈ ਮਾਜ਼ਰਤ ਆ, ਪਰ ਸੱਚ ਇਹ ਹੀ ਹੈ ਯਾਰ। ਯਕੀਨ ਕਰੋ, ਜਿਹੜੇ ਲੋਕ 4-4 5-5 ਸਾਲ ਤੋਂ ਮਹੱਲਿਆਂ ਦੇ ਵਿੱਚ ਬੈਠੇ ਸਿਆਸਤ ਕਰਨ ਦੇ, ਲੋਕਾਂ ਦੇ ਚੰਗੇ 'ਚ ਬੁਰੇ 'ਚ, ਦੁੱਖ 'ਚ ਸੁੱਖ 'ਚ ਉਹਨਾਂ ਦੇ ਨਾਲ ਹੁੰਦੇ ਨਾ, ਉਹ ਇਲੈਕਸ਼ਨ ਦੀ ਰਾਤ ਮੈਂ ਬੇਬਸ ਉਹ ਲੋਕ ਵੇਖੇ। ਜਦੋਂ ਤੁਸੀਂ ਜਿਹੜੇ ਕੀੜੇ ਆ ਨਾ, ਫਸਲੀ ਕੀੜੇ ਆ, ਜਦੋਂ ਤੁਸੀਂ ਉਹਨਾਂ ਦੇ ਪਿੱਛੇ ਲੱਗਣਾ ਨਾ, ਫਿਰ ਤੁਹਾਡਾ ਹਾਲ ਇਹੀ ਹੋਣਾ। ਕੈਂਡੀਡੇਟ ਕੋਈ ਵੀ ਬੁਰਾ ਨਹੀਂ ਹੁੰਦਾ ਯਾਰ। ਕਿਹਦਾ ਨਹੀਂ ਦਿਲ ਕਰਦਾ ਯਾਰ ਮੈਂ ਆਪਣੀ ਹਲਕੇ ਦਾ ਕੰਮ ਕਰਾਵਾਂ, ਪਰ ਅਗਰ ਅਸੀਂ ਨਹੀਂ ਸਹੀ ਹੈ, ਅਸੀਂ ਉਹ ਕੈਂਡੀਡੇਟ ਨੂੰ ਇੰਨਾ ਮਜਬੂਰ ਕਰ ਦਿੰਦੇ ਹਾਂ ਕਿ ਭਾਈ ਪੈਸੇ ਸੁੱਟ ਤਮਾਸ਼ਾ ਵੇਖ, ਤੇ ਫਿਰ ਉਹਨੇ ਵੀ ਅੱਗੇ ਸਾਡੀ ਕੀ ਉਹਨੇ ਖਿਦਮਤ ਕਰਨੀ? ਕਿਉਂਕਿ ਅਸੀਂ ਆਪਣਾ ਜ਼ਮੀਰ ਤੇ ਉਹਦੇ ਸਾਹਮਣੇ ਹੀ ਵੇਚਦੇ। ਸਿਟੀ ਵਾਲਿਓ, ਇਹੀ ਸੱਚ ਆ। ਯਕੀਨ ਕਰੋ, ਕੈਂਡੀਡੇਟ ਜਿੰਨੇ ਵੀ ਆ ਨਾ, ਅਗਰ ਤੁਸੀਂ ਉਹਨਾਂ ਨੂੰ ਮੁਖਲਸ ਹੋ ਕੇ ਵੋਟ ਦਊਗੇ ਨਾ, ਉਹ ਕੋਈ ਵੀ ਆ, ਉਹ ਤੁਹਾਡੀ ਖਿਦਮਤ ਦੁਗਣੀ ਕਰੂਗਾ। ਤੁਸੀਂ ਹੁਣ ਵੇਖ ਲਓ ਕਿਹੜੇ ਪਿੰਡ ਦੇ ਵਿੱਚ ਗੋਜਰੇ ਦੇ ਕੰਮ ਨਹੀਂ ਹੁੰਦਾ ਪਿਆ। ਮੈਂ ਨਾ ਸੋਚ 70% ਕੰਮ ਹੁੰਦਾ ਪਿਆ ਪਿੰਡਾਂ 'ਚ, ਕਿਉਂਕਿ ਪਿੰਡਾਂ ਦੇ ਬੰਦਿਆਂ ਨੇ ਆਪਣਾ ਅਤਮਾਦ ਬਣਾਇਆ। ਉਹ ਜਿਹਦੇ ਨਾਲ ਪਹਿਲੇ ਦਿਨ ਖੜੇ ਨਾ, ਆਖਰੀ ਦਿਨ ਵੀ ਉਹਦੇ ਨਾਲ ਖੜੇ ਆ। ਮੈਂ ਇੱਥੇ ਕਿਸੇ ਦੀ ਕੋਈ ਪਬਲਿਸਿਟੀ ਕਰਨ ਵਾਸਤੇ ਨਹੀਂ ਬੈਠਾ, ਨਾ ਮੈਨੂੰ ਸ਼ੌਕ ਆ। ਮੈਂ ਜੋ ਗਰਾਊਂਡ ਦੀ ਰਿਐਲਿਟੀ ਹੈ ਮੈਂ ਉਹ ਤੁਹਾਨੂੰ ਦੱਸਣ ਦਿਆਂ, ਜੋ ਮੇਰਾ ਪੁਆਇੰਟ ਆਫ ਵਿਊ ਆ। ਇਖਤਲਾਫ ਕਰੋ 100 ਵਾਰੀ ਕਰੋ, ਪਰ ਇਹ ਤੇ ਸੋਚੋ, ਇਹ ਤੇ ਸਮਝੋ ਕਿ ਯਾਰ ਇਹ ਜੋ ਗੱਲ ਕਰਨ ਦਿਆ, ਇਹ ਝੂਠ ਤਾਂ ਨਹੀਂ ਬੋਲਣ ਦਿਆ। ਅਗਰ ਕੋਈ ਗੱਲ ਮੇਰੀ ਝੂਠੀ ਸਾਬਤ ਹੋ ਜਾਵੇ, ਮੈਂ ਤੁਹਾਡਾ ਗੁਨਾਹਗਾਰ। ਆਪਣੇ ਆਪ ਨੂੰ ਵੀ ਠੀਕ ਕਰੋ ਯਾਰ। ਕੈਂਡੀਡੇਟ ਤੇ ਨਾ ਇਕੱਲੇ ਤੇ ਸੁੱਟੀ ਜਾਓ, ਫਲਾਨਾ ਨਹੀਂ ਸਹੀ ਜਾਂ ਫਲਾਨਾ ਇੱਦਾਂ ਕਰਨ ਦਿਆ। ਕਸਮ ਯਕੀਨ ਕਰੋ, ਜਿਨ੍ਹਾਂ ਲੋਕਾਂ ਜਿਹੜੇ ਕੌਂਸਲਰ ਜਾਂ ਚੇਅਰਮੈਨ ਦੇ ਉਮੀਦਵਾਰ ਹੁੰਦੇ ਆ, ਉਹਨਾਂ ਤੁਹਾਡੀ 4-4 5-5 ਸਾਲ ਖਿਦਮਤ ਕੀਤੀ ਹੁੰਦੀ ਆ। ਇਲੈਕਸ਼ਨ ਦੀ ਰਾਤ ਉਹ ਲੋਕ ਸਿਰ ਫੜ ਕੇ ਬਹਿ ਗਏ ਸੀ ਕਿ ਯਾਰ ਲੋਕੀ ਕਿੱਦਾਂ ਦੇ ਮੁਤਾਲਬੇ ਕਰਨ ਦੇ ਆ।
ਇਹ ਸੱਚ ਆ। ਮੈਨੂੰ ਬੁਰਾ ਭਲਾ ਕਹਿਣ ਦੀ ਬਜਾਏ ਆਪਣੇ ਅੰਦਰ ਵੇਖੋ, ਤੁਹਾਡੇ ਮਹੱਲਿਆਂ 'ਚ ਇਹ ਕੰਮ ਨਹੀਂ ਹੋਇਆ, ਗਲੀਆਂ 'ਚ ਤੁਹਾਡਿਆਂ 'ਚ? ਫਿਰ ਅਸੀਂ ਉਮੀਦ ਰੱਖਦੇ ਹਾਂ ਇਨਕਲਾਬ ਦੀ। ਇੰਝ ਇਨਕਲਾਬ ਨਹੀਂ ਆਉਣਾ, ਜਾਂ ਇੰਝ ਕਿਸੇ ਉਮੀਦਵਾਰ ਨੇ ਤੁਹਾਡੀ ਖਿਦਮਤ ਨਹੀਂ ਕਰਨੀ। ਅਗਰ ਮੈਂ ਇੱਥੇ ਯਾਰ ਕਿਸੇ ਦੀ ਪਬਲਿਸਿਟੀ ਵਾਸਤੇ ਨਹੀਂ ਬੈਠਾ, ਨਾ ਮੈਂ ਕਿਸੇ ਨੂੰ ਚੰਗਾ ਜਾਂ ਮਾੜਾ ਬਣਾਉਣ ਵਾਸਤੇ ਬੈਠਾ। ਜੋ ਗਰਾਊਂਡ ਦੀ ਰਿਐਲਿਟੀ ਹੈ ਨਾ, ਮੈਂ ਉਹੀ ਤੁਹਾਨੂੰ ਦੱਸਣ ਦਿਆਂ। ਇਸ ਲਈ ਪਹਿਲੇ ਖੁਦ ਠੀਕ ਹੋਵੋ,